ਦੋਸਤੋ, ਤੁਹਾਡਾ ਸਭ ਦਾ ਸਵਾਗਤ ਹੈ ਰੂਹਮ ਅਕੈਡਮੀ ਫॉर ਪੰਜਾਬੀ YouTube ਦੇ ਚੈਨਲ ਉੱਪਰ। ਇਸ ਚੈਨਲ 'ਤੇ ਆਪਾਂ ਪੰਜਾਬੀ UGC ਨੈੱਟ ਸੰਬੰਧੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੇਰਾ ਨਾਮ ਰਵਿੰਦਰ ਕੁਮਾਰ ਬਾਂਸਲ ਹੈ ਅਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਅੰਦਰ ਰਿਸਰਚ ਸਕਾਲਰ ਹਾਂ। ਦੋਸਤੋ, ਇਸ ਤੋਂ ਪਿਛਲੇ ਲੈਕਚਰ ਦੇ ਵਿੱਚ ਆਪਾਂ ਪੰਜਾਬੀ UGC ਨੈੱਟ ਦਸੰਬਰ 2019 ਦੇ 20 ਪ੍ਰਸ਼ਨ ਹੱਲ ਕੀਤੇ ਸੀ। ਹੁਣ ਇਸ ਲੈਕਚਰ ਦੇ ਵਿੱਚ ਆਪਾਂ ਅਗਲੇ ਪ੍ਰਸ਼ਨ ਹੱਲ ਕਰਾਂਗੇ। ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਲਾ ਲੈਕਚਰ ਨਹੀਂ ਸੁਣਿਆ ਤਾਂ ਉਹਦਾ ਲਿੰਕ ਵੀ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤਾਂ ਤੁਸੀਂ ਉੱਥੇ ਜਾ ਕੇ ਉਹ ਲੈਕਚਰ ਵੀ ਸੁਣ ਸਕਦੇ ਹੋ। ਦੋਸਤੋ, ਪ੍ਰਸ਼ਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ਕਾਵਿ ਰੂਪਾਂ ਅਤੇ ਬਾਣੀਕਾਰਾਂ ਦਾ ਕਿਹੜਾ ਜੁੱਟ ਸਹੀ ਹੈ। ਦੋਸਤੋ, ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਕਾਵਿ ਰੂਪਾਂ ਦੀ ਵਰਤੋਂ ਕੀਤੀ ਗਈ ਮਿਲਦੀ ਹੈ। ਸਾਡੇ ਬਾਣੀਕਾਰਾਂ ਨੇ ਬਹੁਤ ਸਾਰੇ ਕਾਵਿ ਰੂਪਾਂ ਵਿੱਚ ਬਾਣੀ ਰਚੀ। ਦਿੱਤੇ ਆਪਸ਼ਨਜ਼ ਵਿੱਚੋਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜੁੱਟ ਸਹੀ ਹੈ, ਕਿਉਂਕਿ ਉਹਨਾਂ ਨੇ ਪੱਟੀ, ਥਿੱਤੀ, ਗੋਸ਼ਟੀ ਤਿੰਨੇ ਕਾਵਿ ਰੂਪ ਵਰਤੇ ਹਨ, ਜਦਕਿ ਬਾਕੀ ਆਪਸ਼ਨਜ਼ ਅੰਦਰ ਬਾਣੀਕਾਰਾਂ ਅਤੇ ਕਾਵਿ ਰੂਪਾਂ ਦਾ ਜੁੱਟ ਠੀਕ ਨਹੀਂ ਬਹਿੰਦਾ। ਇਸ ਪ੍ਰਕਾਰ ਸਾਡਾ ਲੋੜੀਂਦਾ ਉੱਤਰ ਆਪਸ਼ਨ 2 ਹੈ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਭੱਟ ਨਾਇਕ ਦੇ ਭੁਕਤੀਵਾਦ ਅਨੁਸਾਰ ਰਸ ਨਿਸਪੱਤੀ ਦੇ ਮੁੱਖ ਲੱਛਣ ਕਿਹੜੇ ਹਨ। ਦੋਸਤੋ, ਇਹ ਪ੍ਰਸ਼ਨ ਕਾਵਿ ਸ਼ਾਸਤਰ ਨਾਲ ਸੰਬੰਧਿਤ ਹੈ। ਭੱਟ ਨਾਇਕ ਨੇ ਭੁਕਤੀਵਾਦ ਦਾ ਸਿਧਾਂਤ ਦਿੱਤਾ ਸੀ। ਉਸ ਅਨੁਸਾਰ ਭੋਜਿਆ ਭੋਜਕ ਦਾ ਸੰਯੋਗ ਅਤੇ ਵਿਭਾਵ, ਅਨੁਭਾਵ ਅਤੇ ਸੰਚਾਰੀ ਭਾਵ ਦਾ ਸੰਯੋਗ ਰਸ ਨਿਸਪੱਤੀ ਦੇ ਮੁੱਖ ਲੱਛਣ ਹਨ। ਇਸ ਪ੍ਰਕਾਰ ਸਾਡਾ ਉੱਤਰ A ਅਤੇ C ਨੂੰ ਦਰਸਾਉਂਦਾ ਆਪਸ਼ਨ 1 ਹੈ। ਦੋਸਤੋ, ਇਸ ਪ੍ਰਸ਼ਨ ਅੰਦਰ ਰਚਨਾਕਾਰ, ਉਸ ਦੀ ਰਚਨਾ ਅਤੇ ਰਚਨਾ ਵਿਚਲੇ ਵਿਸ਼ਾ ਵਸਤੂ ਦੇ ਜੁੱਟ ਨੂੰ ਦਰਸਾਇਆ ਗਿਆ ਹੈ। ਅਸੀਂ ਦੱਸਣਾ ਹੈ ਕਿ ਕਿਹੜਾ ਜੁੱਟ ਬਿਲਕੁਲ ਸਹੀ ਹੈ। ਦੋਸਤੋ, ਮਨਿੰਦਰ ਕਾਂਗ ਦੀ ਰਚਨਾ ਸ਼ੌਂਕਣ ਮਿੱਥ ਉੱਪਰ ਆਧਾਰਿਤ ਹੈ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 4 ਹੈ। ਅਗਲਾ ਪ੍ਰਸ਼ਨ ਹੈ ਕਿ ਨਾਟਕ ਸ਼ਕੁੰਤਲਾ ਦਾ ਪੰਜਾਬੀ ਵਿੱਚ ਅਨੁਵਾਦ ਕਰਤਾ ਕੌਣ ਹੈ। ਦੋਸਤੋ, ਇਹ ਪ੍ਰਸ਼ਨ ਅਨੁਵਾਦ ਨਾਲ ਸੰਬੰਧਿਤ ਹੈ। ਪੰਜਾਬੀ ਨਾਟਕ ਦੇ ਖੇਤਰ ਵਿੱਚ ਬਹੁਤ ਸਾਰੇ ਨਾਟਕਕਾਰਾਂ ਨੇ ਵੱਖ-ਵੱਖ ਭਾਸ਼ਾਵਾਂ ਦੇ ਨਾਟਕਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਨਾਟਕ ਸ਼ਕੁੰਤਲਾ ਪ੍ਰਸਿੱਧ ਸੰਸਕ੍ਰਿਤ ਨਾਟਕਕਾਰ ਕਾਲੀਦਾਸ ਦੀ ਰਚਨਾ ਹੈ। ਇਸ ਦਾ ਪੰਜਾਬੀ ਵਿੱਚ ਅਨੁਵਾਦ ਡਾਕਟਰ ਚਰਨ ਸਿੰਘ ਨੇ ਕੀਤਾ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 3 ਹੈ। ਦੋਸਤੋ, ਇਸ ਪ੍ਰਸ਼ਨ ਅੰਦਰ ਕਥਨ ਲਿਖ ਕੇ ਉਸ ਦੇ ਰਚਨਾਕਾਰ ਦਾ ਨਾਮ ਪੁੱਛਿਆ ਗਿਆ ਹੈ। ਦੋਸਤੋ, ਇਹ ਪ੍ਰਸ਼ਨ ਕਾਫੀ ਕਠਿਨ ਹੁੰਦੇ ਹੈ, ਕਿਉਂਕਿ ਸਿਰਫ ਇੱਕ ਲਾਈਨ ਦੇਖ ਕੇ ਉਸ ਦੇ ਰਚਨਾਕਾਰ ਬਾਰੇ ਦੱਸਣਾ ਕਾਫੀ ਮੁਸ਼ਕਲ ਕੰਮ ਹੈ, ਕਿਉਂਕਿ ਕੀ ਪਤਾ ਇਹ ਲਾਈਨ ਕਿਸ ਸਾਹਿਤਕਾਰ ਨੇ ਆਪਣੀ ਰਚਨਾ ਵਿੱਚ ਵਰਤੀ ਹੋਵੇ। ਇਹ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ ਜਦੋਂ ਆਪਸ਼ਨਜ਼ ਵਿਚਲੇ ਸਾਹਿਤਕਾਰਾਂ ਵਿੱਚੋਂ ਇੱਕ ਤੋਂ ਵਧੇਰੇ ਸਾਹਿਤਕਾਰਾਂ ਨੇ ਉਸ ਕਥਨ ਵਿਚਲੇ ਵਿਸ਼ੇ ਬਾਰੇ ਆਪਣੇ ਵਿਚਾਰ ਦਿੱਤੇ ਹੋਣ। ਦੋਸਤੋ, ਅਜਿਹੇ ਵਿੱਚ ਤੁੱਕਾ ਵੀ ਕਦੇ-ਕਦੇ ਕੰਮ ਕਰਦਾ ਹੈ। ਦੋਸਤੋ, ਉਪਰੋਕਤ ਕਥਨ ਕਹਾਣੀ ਸਥਿਤੀਆਂ ਦਾ ਜੋੜ ਨਹੀਂ, ਪ੍ਰਬੰਧ ਹੈ। ਪ੍ਰਬੰਧ ਸਥਿਤੀਆਂ ਵਿਚਲੇ ਸੰਬੰਧ ਕਾਰਨ ਹੋਂਦ ਵਿੱਚ ਆਉਂਦਾ ਹੈ। ਪੁਰਾਣੇ ਸਮਿਆਂ ਦੀ ਕਹਾਣੀ ਵਿੱਚ ਇਹ ਸੰਬੰਧ ਨਾਇਕ ਦੀ ਸਾਂਝ ਦਾ ਹੁੰਦਾ ਸੀ। ਆਧੁਨਿਕ ਨਿੱਕੀ ਕਹਾਣੀ ਦੇ ਆਰੰਭਕ ਪੜਾਅ ਉੱਤੇ ਕਾਰਨ ਕਾਰਜ ਦਾ। ਪਰ ਹੁਣ ਇਹ ਸੰਬੰਧ ਇਸ ਦੇ ਕਹਾਣੀ ਜਗਤ ਦੇ ਪਿੱਛੇ ਕੰਮ ਕਰ ਰਹੇ ਵਿਵੇਕ ਦਾ ਹੈ। ਇਹ ਕਥਨ ਡਾਕਟਰ TR ਵਿਨੋਦ ਦਾ ਹੈ। ਇਸ ਪ੍ਰਕਾਰ ਸਾਡਾ ਲੋੜੀਂਦਾ ਉੱਤਰ ਆਪਸ਼ਨ 1 ਹੈ। ਦੋਸਤੋ, ਇਹ ਪ੍ਰਸ਼ਨ ਸੂਚੀ ਵਾਲਾ ਹੈ। ਇਸ ਵਿੱਚ ਇੱਕ ਪਾਸੇ ਕਾਵਿ ਰੂਪਾਂ ਅਤੇ ਦੂਸਰੇ ਪਾਸੇ ਕਵੀਆਂ ਦੇ ਨਾਮ ਦਿੱਤੇ ਗਏ ਹਨ। ਅਸੀਂ ਦੱਸਣਾ ਹੈ ਕਿ ਕਿਹੜੇ ਕਵੀ ਨੇ ਆਪਣੀਆਂ ਰਚਨਾਵਾਂ ਕਿਸ ਕਾਵਿ ਰੂਪ ਵਿੱਚ ਰਚੀਆਂ ਹਨ। ਦੋਸਤੋ, ਸੁਲਤਾਨ ਬਾਹੂ ਪ੍ਰਸਿੱਧ ਸੂਫੀ ਸ਼ਾਇਰ ਹੈ। ਉਸਨੇ ਪੰਜਾਬੀ ਅੰਦਰ 30 ਅਰਫੀਆਂ ਲਿਖੀਆਂ ਹਨ। ਆਧੁਨਿਕ ਪੰਜਾਬੀ ਕਵੀ ਸ਼ਿਵ ਕੁਮਾਰ ਨੇ ਗੀਤ ਰਚੇ ਹਨ। ਹਾਸ਼ਮ ਨੇ ਦੋਹੜੇ ਲਿਖੇ ਹਨ। ਤਖ਼ਤ ਸਿੰਘ ਨੇ ਪੰਜਾਬੀ ਵਿੱਚ ਗਜ਼ਲਾਂ ਲਿਖੀਆਂ ਹਨ। ਇਸ ਪ੍ਰਕਾਰ ਸਾਡਾ ਲੋੜੀਂਦਾ ਉੱਤਰ ਆਪਸ਼ਨ 4 ਹੈ। ਦੋਸਤੋ,
ਇਸ ਪ੍ਰਸ਼ਨ ਅੰਦਰ ਕਵੀ ਅਤੇ ਉਸ ਦੀ ਕਾਵਿ ਰਚਨਾ ਦਾ ਸਹੀ ਜੁੱਟ ਪਛਾਣਨਾ ਹੈ। ਦੇਖਣ 'ਤੇ ਪਤਾ ਲੱਗਦਾ ਹੈ ਕਿ ਆਪਸ਼ਨ ਏ ਅਤੇ ਬੀ ਵਾਲਾ ਜੁੱਟ ਗਲਤ ਹੈ, ਕਿਉਂਕਿ ਅਗਰਬੱਤੀ ਜਸਵੰਤ ਜਫਰ ਦੀ ਰਚਨਾ ਨਹੀਂ ਹੈ ਅਤੇ ਇਹ ਬੰਦਾ ਕੀ ਹੁੰਦਾ ਜਸਵੰਤ ਦੀਦ ਨੇ ਨਹੀਂ ਲਿਖੀ। ਇਸ ਪ੍ਰਕਾਰ ਆਪਸ਼ਨ ਸੀ ਅਤੇ ਡੀ ਹੀ ਸਾਡੇ ਸਹੀ ਜੁੱਟ ਹਨ। ਭਾਵ ਸੀ ਅਤੇ ਡੀ ਨੂੰ ਦਰਸਾਉਂਦਾ ਆਪਸ਼ਨ 2 ਹੀ ਸਾਡਾ ਸਹੀ ਉੱਤਰ ਹੈ। ਦੋਸਤੋ, ਇਸ ਪ੍ਰਸ਼ਨ ਅੰਦਰ ਕਾਵਿ ਤੁਕਾਂ ਦੇ ਕੇ ਪੁੱਛਿਆ ਗਿਆ ਹੈ ਕਿ ਇਹ ਕਿਸ ਵਾਰ ਵਿੱਚੋਂ ਲੰਘੀਆਂ ਗਈਆਂ ਹਨ। ਦੋਸਤੋ, ਅਜਿਹੇ ਪ੍ਰਸ਼ਨ ਨੂੰ ਹੱਲ ਕਰਨ ਦਾ ਇੱਕੋ ਇੱਕ ਢੰਗ ਸੰਬੰਧਿਤ ਸਤਰਾਂ ਦਾ ਛੰਦ ਪ੍ਰਬੰਧ, ਸ਼ਬਦ ਰਚਨਾ ਅਤੇ ਲਿਖਣ ਸ਼ੈਲੀ ਹੁੰਦਾ ਹੈ। ਉਪਰੋਕਤ ਸਤਰਾਂ ਮਈਆ ਤੇਰੇ ਛਣ ਛਣ ਛੈਣੇ ਜੋ ਵਾਜੈ, ਤੇਰੇ ਘੰਟੇ ਘਣ ਘਣ ਉਜਲਾਈ, ਤੇਰੇ ਸਹਿਜ ਇਸ਼ਨਾਨ ਕਉ ਰਲੀਏ ਗੰਗਾ, ਮਹਾਦੇਵ ਕੀ ਜਟਾਂ ਸੋ ਛੂਟ ਆਈ, ਭੀਮ ਸੈਨ ਮਹਾਬਲੀ ਯੋਧਾ ਕਰ ਜੋਰ ਧਿਆਵੋ, ਤੈਸਾ ਫਲ ਪਾਈ ਦਾ ਸੰਬੰਧ ਹਿੰਦੂ ਧਰਮ ਨਾਲ ਹੈ। ਭਾਵ ਇਹ ਵਾਰ ਹਿੰਦੂਵਾਦੀ ਨਾਇਕ ਨਾਲ ਸੰਬੰਧਿਤ ਹੈ। ਦਿੱਤੇ ਆਪਸ਼ਨ ਵਿੱਚੋਂ ਸਿਰਫ ਅਗਰੇ ਦੀ ਵਾਰ ਹਕੀਕਤ ਰਾਏ ਹੀ ਹਿੰਦੂਵਾਦੀ ਨਾਇਕ ਹਕੀਕਤ ਰਾਏ ਨਾਲ ਸੰਬੰਧਿਤ ਹੈ, ਜਦਕਿ ਇਸ ਤਰ੍ਹਾਂ ਦਾ ਛੰਦ ਪ੍ਰਬੰਧ ਵੀ ਸਿਰਫ ਅਗਰੇ ਨੇ ਹੀ ਆਪਣੀ ਵਾਰ ਵਿੱਚ ਵਰਤਿਆ ਹੈ। ਦੋਸਤੋ, ਹਕੀਕਤ ਰਾਏ ਨੇ ਆਪਣਾ ਧਰਮ ਨਹੀਂ ਛੱਡਿਆ, ਜਿਸ ਕਰਕੇ ਛੋਟੀ ਉਮਰ ਵਿੱਚ ਹੀ ਉਸਨੂੰ ਲਾਹੌਰ ਵਿੱਚ ਸੁਲਤਾਨ ਨੇ ਸੂਲੀ 'ਤੇ ਲਟਕਾ ਦਿੱਤਾ ਸੀ। ਇਸ ਪ੍ਰਕਾਰ ਸਾਡਾ ਲੋੜੀਂਦਾ ਉੱਤਰ ਆਪਸ਼ਨ 4 ਹੈ। ਅਗਲਾ ਪ੍ਰਸ਼ਨ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਹੈ। ਇਸ ਵਿੱਚ ਪੁੱਛਿਆ ਗਿਆ ਹੈ ਕਿ ਇਤਿਹਾਸਕ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਭਾਸ਼ਾ ਵਿਗਿਆਨੀਆਂ ਦਾ ਸਹੀ ਜੁੱਟ ਕਿਹੜਾ ਹੈ। ਦੋਸਤੋ, ਇਤਿਹਾਸਕ ਭਾਸ਼ਾ ਵਿਗਿਆਨੀ ਕਿਸੇ ਰਚਨਾ ਦੀ ਭਾਸ਼ਾ ਨੂੰ ਉਸਦੇ ਇਤਿਹਾਸਕ ਕਾਲ ਕਰਮ ਅਨੁਸਾਰ ਵਿਚਾਰਦਾ ਹੈ। ਲੇਮੈਨ ਅਤੇ ਕੈਂਪਬੈਲ ਪ੍ਰਸਿੱਧ ਇਤਿਹਾਸਕ ਭਾਸ਼ਾ ਵਿਗਿਆਨੀ ਹੋਏ ਹਨ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 3 ਹੈ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਦੁਨੀਆ ਭਰ ਦੇ ਨਾਟਕਾਂ ਦੇ ਵਿਆਪਕ ਸਰੋਤ ਦਾ ਸਹੀ ਵਰਗ ਕਿਹੜਾ ਹੈ। ਦੋਸਤੋ, ਦੁਨੀਆ ਭਰ ਦੇ ਨਾਟਕਾਂ ਦੇ ਵਿਆਪਕ ਸਰੋਤ ਯੂਰਪੀਡੀਜ਼, ਸੋਫੋਕਲੀਜ਼ ਅਤੇ ਅਰਿਸਟੋਫੇਨ ਹਨ, ਜਦਕਿ ਸੁਕਰਾਤ, ਅਰਸਤੂ, ਅਫਲਾਤੂਨ ਆਦਿ ਪ੍ਰਸਿੱਧ ਪੱਛਮੀ ਚਿੰਤਕ ਹੋਏ ਹਨ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 2 ਹੈ। ਦੋਸਤੋ, ਇੱਥੇ ਇੱਕ ਪੈਰਾ ਦਿੱਤਾ ਗਿਆ ਹੈ, ਉਸ ਵਿੱਚੋਂ 5 ਪ੍ਰਸ਼ਨ ਦੇ ਕੇ ਉਹਨਾਂ ਦੇ ਉੱਤਰ ਲੱਭਣ ਲਈ ਕਿਹਾ ਗਿਆ ਹੈ। ਇਸ ਭਾਗ ਨੂੰ ਥੋੜ੍ਹਾ ਧਿਆਨ ਨਾਲ ਸਮਝ ਕੇ ਅਸੀਂ ਪੂਰੇ ਨੰਬਰ ਪ੍ਰਾਪਤ ਕਰ ਸਕਦੇ ਹਾਂ। ਇਹ ਜ਼ਿਆਦਾ ਔਖਾ ਕੰਮ ਨਹੀਂ ਹੈ, ਬਸ ਲੋੜ ਹੈ ਥੋੜ੍ਹਾ ਸ਼ਾਂਤਮਈ ਤਰੀਕੇ ਨਾਲ ਦਿਮਾਗ ਦਾ ਇਸਤੇਮਾਲ ਕਰਨ ਦੀ। ਦੋਸਤੋ, ਇਹਨਾਂ ਪ੍ਰਸ਼ਨਾਂ ਦੇ ਹੱਲ ਲਈ ਪਹਿਲਾਂ ਪੈਰੇ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਅਤੇ ਫਿਰ ਪ੍ਰਸ਼ਨਾਂ ਨੂੰ। ਦੋਸਤੋ, ਪਹਿਲਾ ਪ੍ਰਸ਼ਨ ਹੈ ਕਿ ਦੂਜੇ ਕਲਾ ਮਾਧਿਅਮਾਂ ਨਾਲੋਂ ਭਾਸ਼ਾ ਕਿਵੇਂ ਵੱਖਰੀ ਹੈ। ਦੋਸਤੋ, ਇਸ ਦਾ ਉੱਤਰ ਸਾਨੂੰ ਪੈਰੇ ਦੀ ਚੌਥੀ ਲਾਈਨ ਵਿੱਚ ਆਸਾਨੀ ਨਾਲ ਹੀ ਮਿਲ ਜਾਂਦਾ ਹੈ ਕਿ ਭਾਸ਼ਾ ਦੂਸਰੇ ਕਲਾ ਮਾਧਿਅਮਾਂ ਨਾਲੋਂ ਇਸ ਕਰਕੇ ਵੱਖਰੀ ਹੈ ਕਿਉਂਕਿ ਭਾਸ਼ਾ ਆਪ ਰੂਪ ਵਿਧਾਨ ਵਿੱਚ ਬੱਝੀ ਹੋਈ ਹੋਂਦ ਹੈ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 1 ਹੈ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਸਾਹਿਤ ਰੂੜ੍ਹੀਆਂ ਦੀ ਵਿਲੱਖਣਤਾ ਦਾ ਆਧਾਰ ਕੀ ਹੈ। ਇਸ ਦਾ ਉੱਤਰ ਸਾਨੂੰ ਪੈਰੇ ਦੀ 7ਵੀਂ ਲਾਈਨ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਕਿ ਸਾਹਿਤ ਰੂੜ੍ਹੀਆਂ ਦੀ ਵਿਲੱਖਣਤਾ ਦਾ ਆਧਾਰ ਇਹ ਹੈ ਕਿ ਸਾਹਿਤ ਕਥਨ ਦਾ ਅਨੁਕਰਨ ਕਰਦਾ ਹੈ। ਇਸ ਪ੍ਰਕਾਰ ਸਾਡਾ ਲੋੜੀਂਦਾ ਉੱਤਰ ਆਪਸ਼ਨ 4 ਹੈ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਵਾਸਤਵਿਕ ਕਥਨ ਅਤੇ ਸਾਹਿਤਕ ਕਥਨ ਵਿੱਚ ਕੀ ਅੰਤਰ ਹੈ। ਇਸ ਦਾ ਉੱਤਰ ਦੀ ਸੈਕੰਡ ਲਾਸਟ ਲਾਈਨ ਵਿੱਚ ਆਸਾਨੀ ਨਾਲ ਮਿਲਦਾ ਹੈ ਕਿ ਵਾਸਤਵਿਕ ਕਥਨ ਵਕਤਾ ਦੀ ਗੈਰ ਹਾਜ਼ਰੀ ਵਿੱਚ ਉਚਾਰਿਆ ਨਹੀਂ ਜਾ ਸਕਦਾ, ਜਦਕਿ ਕਵਿਤਾ ਅਨੇਕ ਸਰੋਤਿਆਂ ਨੂੰ ਅਨੇਕ ਸਮੇਂ ਸਥਾਨਾਂ ਵਿੱਚ ਸੰਬੋਧਨ ਕਰਦੀ ਹੈ। ਇਸ ਪ੍ਰਕਾਰ ਸਾਡਾ ਲੋੜੀਂਦਾ ਉੱਤਰ ਆਪਸ਼ਨ 1 ਹੈ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਵਾਕ ਰੂਪ ਦੀ ਦਵੈਤ ਰਾਹੀਂ ਵਾਸਤਵਿਕ ਅਤੇ ਕਾਲਪਨਿਕ ਦੇ ਸੰਬੰਧਾਂ ਦਾ ਨਿਰਣਾ ਕਿਉਂ ਨਹੀਂ ਕੀਤਾ ਜਾ ਸਕਦਾ। ਇਸ ਦਾ ਉੱਤਰ ਸਾਨੂੰ ਪੈਰੇ ਦੀ ਚੌਥੀ ਸਤਰ ਤੋਂ ਮਿਲਦਾ ਹੈ ਕਿ ਕਲਾਕਾਰੀ ਵਾਸਤਵਿਕ ਨੂੰ ਕਿਸੇ ਹੋਰ ਮਾਧਿਅਮ ਰਾਹੀਂ ਕਾਲਪਨਿਕ ਬਣਾਉਣ ਦਾ ਨਾਮ ਨਹੀਂ ਹੈ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 2 ਹੈ ਕਿ ਸਾਹਿਤਕਾਰੀ ਭਾਵ ਕਲਾਕਾਰੀ ਵਾਸਤਵਿਕ ਨੂੰ ਕਿਸੇ ਹੋਰ ਮਾਧਿਅਮ ਰਾਹੀਂ
ਕਾਲਪਨਿਕ ਬਣਾਉਣ ਦਾ ਯਤਨ ਨਹੀਂ ਹੈ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਇਤਿਹਾਸਵਾਦੀ ਆਲੋਚਕਾਂ ਵਿੱਚ ਕੀ ਤਰੁੱਟੀ ਹੈ। ਇਸ ਦਾ ਉੱਤਰ ਸਾਨੂੰ ਪਹਿਰੇ ਦੀ ਦੂਸਰੀ ਸਤਰ ਵਿੱਚ ਮਿਲਦਾ ਹੈ ਕਿ ਸਾਡੇ ਇਤਿਹਾਸਵਾਦੀ ਆਲੋਚਕ ਸਾਹਿਤ ਨੂੰ ਇਤਿਹਾਸ ਦਾ ਬਿੰਬ ਮੰਨ ਕੇ ਚੱਲਦੇ ਹਨ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 3 ਹੈ। ਦੋਸਤੋ, ਇੱਥੇ ਇੱਕ ਹੋਰ ਪੈਰਾ ਦੇ ਕੇ ਉਸ ਦੇ ਵਿੱਚੋਂ 5 ਪ੍ਰਸ਼ਨ ਦਿੱਤੇ ਗਏ ਹਨ। ਇਹਨਾਂ ਦਾ ਹੱਲ ਢੰਗ ਵੀ ਪਿਛਲੇ ਪੈਰੇ ਵਾਲੇ ਪ੍ਰਸ਼ਨਾਂ ਵਾਂਗ ਹੀ ਹੈ। ਪਹਿਲਾ ਪ੍ਰਸ਼ਨ ਹੈ ਕਿ ਭਾਰਤੀ ਭਾਸ਼ਾਵਾਂ ਦੇ ਯੋਜਨਾਬੱਧ ਅਵਮੂਲਨ ਦਾ ਪ੍ਰਤੀਫਲ ਹੈ। ਦੋਸਤੋ, ਇਸ ਦਾ ਉੱਤਰ ਪੈਰੇ ਦੇ ਵਿਚਕਾਰ ਆਖਰ ਤੋਂ ਚੌਥੀ ਲਾਈਨ ਦੇ ਵਿੱਚ ਆਸਾਨੀ ਨਾਲ ਮਿਲਦਾ ਹੈ ਕਿ ਭਾਰਤੀ ਭਾਸ਼ਾਵਾਂ ਦੇ ਅਜਿਹੇ ਯੋਜਨਾਬੱਧ ਅਵਮੂਲਨ ਨੇ ਭਾਰਤੀ ਸਾਹਿਤ ਅਤੇ ਸਾਹਿਤਕ ਸੰਵੇਦਨਾ ਸੰਬੰਧੀ ਇੱਕ ਅਜਿਹੀ ਮਿਥਿਆ ਚੇਤਨਤਾ ਉਤਪੰਨ ਕਰ ਦਿੱਤੀ ਹੈ ਜੋ ਸਾਡੇ ਆਤਮ ਵਿਜੋਗਣ ਆਪਣੇ ਆਪ ਤੋਂ ਟੁੱਟਣ ਦਾ ਇੱਕ ਬਲਵਾਨ ਹਥਿਆਰ ਹੈ। ਇਸ ਪ੍ਰਕਾਰ ਸਾਡਾ ਲੋੜੀਦਾ ਉੱਤਰ ਆਪਸ਼ਨ 1 ਹੈ, ਭਾਵ ਆਤਮ ਵਿਜੋਗਣ ਤੇ ਆਪਣੇ ਆਪ ਤੋਂ ਟੁੱਟਣ ਦੀ ਚੇਤਨਾ ਦਾ ਉਪਜਣਾ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਭਾਰਤੀ ਭਾਸ਼ਾਵਾਂ ਦੇ ਕਰਤਾਰੀ ਸਾਹਿਤ ਵਿੱਚ ਬੌਧਿਕ ਨਿਸਲਤਾ ਅਤੇ ਭਾਵਿਕ ਸ਼ਿਥਿਲਤਾ ਕਿਉਂ ਹੈ। ਇਸ ਦਾ ਉੱਤਰ ਪੈਰੇ ਦੇ ਮੱਧ ਵਿੱਚ ਸਾਨੂੰ ਮਿਲਦਾ ਹੈ ਕਿ ਭਾਰਤੀ ਭਾਸ਼ਾਵਾਂ ਦੀ ਵਰਤੋਂ ਬਹੁਤ ਹੱਦ ਤੱਕ ਤਥਾਕਥਿਤ ਕਾਲਪਨਿਕ ਲਿਖਤਾਂ ਜਾਂ ਵਿਦੇਸ਼ੀ ਭਾਸ਼ਾਵਾਂ ਤੋਂ ਗਿਆਨ ਉਧਾਰਾ ਲੈਣ ਲਈ ਕੀਤੀ ਜਾਂਦੀ ਸੀ। ਇਸ ਦਾ ਪਰਿਣਾਮ ਇਹ ਨਿਕਲਿਆ ਹੈ ਕਿ ਸਾਡੇ ਕਰਤਾਰੀ ਸਾਹਿਤ ਵਿੱਚ ਬੌਧਿਕ ਨਿਸਲਤਾ ਅਤੇ ਭਾਵਿਕ ਸ਼ਿਥਿਲਤਾ, ਜੋ ਕਲਪਨਾਤਮਕ ਪ੍ਰਕਿਰਿਆ ਨੂੰ ਵਧੇਰੇ ਮਹੱਤਵਪੂਰਨ ਕਾਰਜਾਂ ਨਾਲੋਂ ਤੋੜ ਵਿਛੋੜਨ ਵਿੱਚ ਪੈਦਾ ਹੁੰਦੀਆਂ ਹਨ, ਛਾਈਆਂ ਹੋਈਆਂ ਹਨ। ਇਸ ਪ੍ਰਕਾਰ ਸਾਡਾ ਲੋੜੀਦਾ ਉੱਤਰ ਆਪਸ਼ਨ 3 ਹੈ, ਭਾਵ ਗਿਆਨਵਰਧਕ ਲਿਖਤਾਂ ਲਈ ਅੰਗਰੇਜ਼ੀ ਦੀ ਪ੍ਰਭੁਤਾ ਨੂੰ ਸਵੀਕਾਰ ਕਰ ਲੈਣਾ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਭਾਰਤੀ ਭਾਸ਼ਾਵਾਂ ਦੀ ਜ਼ਿਆਦਾਤਰ ਵਰਤੋਂ ਕਿਸ ਮਕਸਦ ਲਈ ਹੁੰਦੀ ਰਹੀ ਹੈ। ਇਸ ਦਾ ਉੱਤਰ ਪੈਰੇ ਦੀਆਂ ਮੱਧ ਵਿਚਲੀਆਂ ਸਤਰਾਂ ਤੋਂ ਆਸਾਨੀ ਨਾਲ ਲੱਗਦਾ ਹੈ ਕਿ ਭਾਰਤੀ ਭਾਸ਼ਾਵਾਂ ਦੀ ਜ਼ਿਆਦਾਤਰ ਵਰਤੋਂ ਗੈਰ ਬੌਧਿਕ ਕਾਲਪਨਿਕ ਲਿਖਤਾਂ ਜਾਂ ਵਿਦੇਸ਼ੀ ਭਾਸ਼ਾਵਾਂ ਤੋਂ ਗਿਆਨ ਉਧਾਰਾ ਲੈਣ ਲਈ ਹੁੰਦੀ ਰਹੀ ਹੈ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 1 ਹੈ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਭਾਰਤੀ ਭਾਸ਼ਾਵਾਂ ਸੰਚਾਰ ਦੇ ਗੌਣ ਮਹੱਤਤਾ ਵਾਲੀਆਂ ਕਿਉਂ ਬਣ ਕੇ ਰਹਿ ਗਈਆਂ। ਦੋਸਤੋ, ਪੈਰੇ ਨੂੰ ਪੜ੍ਹਨ 'ਤੇ ਸਪਸ਼ਟ ਹੈ ਕਿ ਅਜਿਹਾ ਅੰਗਰੇਜ਼ੀ ਭਾਸ਼ਾ ਦੀ ਪ੍ਰਭੁਤਾ ਕਰਕੇ ਹੋਇਆ ਹੈ, ਭਾਵ ਕਿ ਅੰਗਰੇਜ਼ੀ ਭਾਸ਼ਾ ਦੇ ਗਲਬੇ ਕਾਰਨ ਭਾਰਤੀ ਭਾਸ਼ਾਵਾਂ ਸੰਚਾਰ ਦੇ ਗੌਣ ਮਹੱਤਤਾ ਵਾਲੀਆਂ ਬਣ ਕੇ ਰਹਿ ਗਈਆਂ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 3 ਹੈ, ਭਾਵ ਅੰਗਰੇਜ਼ੀ ਭਾਸ਼ਾ ਦੇ ਗਲਬੇ ਕਾਰਨ। ਦੋਸਤੋ, ਅਗਲਾ ਪ੍ਰਸ਼ਨ ਹੈ ਕਿ ਭਾਰਤੀ ਭਾਸ਼ਾਵਾਂ ਦੀ ਸਾਹਿਤਕ ਇਤਿਹਾਸਕਾਰੀ ਬੌਧਿਕ ਪੱਖੋਂ ਅਣਗੌਲੀ ਕਿਉਂ ਰਹੀ। ਇਸ ਦਾ ਉੱਤਰ ਪੈਰੇ ਦੀ ਚੌਥੀ ਸਤਰ ਤੋਂ ਪਤਾ ਲੱਗਦਾ ਹੈ ਕਿ ਪੱਛਮ ਦੀ ਪ੍ਰਭੁਤਾ ਨੂੰ ਉਤਸ਼ਾਹਪੂਰਵਕ ਅਤੇ ਬੇਸੰਕੋਚ ਸਵੀਕਾਰਨ ਕਰਕੇ ਭਾਰਤੀ ਭਾਸ਼ਾਵਾਂ ਦੀ ਸਾਹਿਤਕ ਇਤਿਹਾਸਕਾਰੀ ਬੌਧਿਕ ਪੱਖੋਂ ਅਣਗੌਲੀ ਹੀ ਰਹੀ। ਇਸ ਪ੍ਰਕਾਰ ਸਾਡਾ ਸਹੀ ਉੱਤਰ ਆਪਸ਼ਨ 2 ਹੈ। ਦੋਸਤੋ, ਅੱਜ ਦੇ ਇਸ ਲੈਕਚਰ ਦੇ ਨਾਲ ਹੀ ਆਪਾਂ ਦਸੰਬਰ 2019 ਦੇ ਵਿੱਚ ਆਏ ਹੋਏ ਪੰਜਾਬੀ ਨੈੱਟ ਦੇ ਪੇਪਰ ਦੇ 100 ਪ੍ਰਸ਼ਨ ਹੱਲ ਕੀਤੇ ਹਨ। ਉਮੀਦ ਹੈ ਤੁਹਾਨੂੰ ਹੁਣ ਤੱਕ ਸਮਝਾਏ ਗਏ ਸਾਰੇ ਪ੍ਰਸ਼ਨਾਂ ਦੀ ਸਮਝ ਆਈ ਹੋਵੇਗੀ। ਦੋਸਤੋ, NTA UGC ਨੈੱਟ ਦੀ ਹੋਰ ਤਿਆਰੀ ਲਈ ਅਤੇ ਪੰਜਾਬੀ ਨੈੱਟ ਦੇ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭਵਿੱਖ ਵਿੱਚ ਤੁਸੀਂ ਸਾਡੇ ਇਸ YouTube ਚੈਨਲ ਨਾਲ ਜੁੜੇ ਰਹਿਣਾ। ਧੰਨਵਾਦ।